ਮੇਨ ਚੀਜ਼ ਇਹ ਹੈ ਕਿ ਮੈਂ ਕਿਹਾ ਸੀਗਾ ਕਿ ਕਿਸੇ ਵੀ ਸਮਾਜ ਦੇ ਵਿੱਚ, ਕਿਸੇ ਵੀ ਸੈਟਅਪ ਦੇ ਵਿੱਚ ਦੋ ਧਿਰਾਂ ਹੁੰਦੀਆਂ। ਇੱਕ ਹੈ ਜਿਸ ਨੂੰ ਅਸੀਂ ਰੂਲਿੰਗ ਐਲੀਟ ਕਹਿੰਦੇ ਹਾਂ, ਜਿਹੜੀਆਂ ਸੁਵਿਧਾ ਵਾਲੀ ਧਿਰ ਹੈ। ਇੱਕ ਹੈ ਸੁਵਿਧਾਹੀਨ। ਹੁਣ ਸਵਾਲ ਇਹ ਹੈ ਕਿ ਜ਼ਰੂਰੀ ਨਹੀਂ ਕਿ ਸੁਵਿਧਾਹੀਨ ਹੀ ਬਾਹਰ ਜਾਣ। ਸੁਵਿਧਾ ਵਾਲੇ ਵੀ ਜਾ ਰਹੇ ਨੇ ਜਿਨ੍ਹਾਂ ਕੋਲ ਬੜੀਆਂ ਜ਼ਮੀਨਾਂ ਨੇ। ਮੈਂ ਬੇਸਿਕਲੀ ਇਹ ਕਹਿ ਰਿਹਾ, ਪੀਪਲ ਹੂ ਮੈਟਰ, ਹੂ ਕੈਨ ਚੇਂਜ ਦ ਸ਼ੇਪ ਆਫ ਪੰਜਾਬ। ਉਹਨਾਂ ਇਹ ਸਾਰਾ ਕੁਛ ਉਹਨਾਂ ਦੇ ਹੱਥ ਜੋ ਹੈ, ਉਹਨਾਂ ਨੂੰ ਕੋਲ ਕੋਈ ਵਿਜ਼ਨ ਨਹੀਂ ਕਿ ਪੰਜਾਬ ਨੂੰ ਅਸੀਂ ਕਿਹੜੇ ਰਸਤੇ, ਕਿਹੜੀ ਦਿਸ਼ਾ ਵੱਲ ਲਿਜਾਣਾ। ਉਹ ਵਿਜ਼ਨ ਮਿਸਿੰਗ ਇਸ ਕਰਕੇ ਵੀ ਹੈ ਕਿ ਪੰਜਾਬ ਨੇ ਬੜੀ ਬੁਰੀ ਤਰ੍ਹਾਂ ਕੋਲੋਨਾਈਜੇਸ਼ਨ, ਜਿਹੜੀ ਬਸਤੀਵਾਦ ਦੀ ਮਾਨਸਿਕਤਾ, ਜਿਵੇਂ ਪੁਲਿਸ ਫੋਰਸ ਹੈ, ਅਫਸਰਸ਼ਾਹੀ ਹੈ, ਉਹ ਅਜੇ ਤੱਕ ਡਾਊਨ ਟੂ ਅਰਥ ਨਹੀਂ। ਪੰਜਾਬ ਦੇ ਨਾਲ ਇੰਨਾ ਜ਼ਿਆਦਾ ਉਹਨਾਂ ਦਾ ਮੋਹ ਵੀ ਨਹੀਂ। ਨੰਬਰ 1 ਅਸੀਂ ਦੂਜੀਆਂ ਧਿਰਾਂ ਨੂੰ ਮਾੜਾ ਕਹਿੰਦੇ ਹਾਂ, ਪਰ ਸਵਾਲ ਇਹ ਹੈ ਕਿ ਸਾਡੇ 'ਚੋਂ ਚੇਤਨਾ ਮਿਸਿੰਗ ਹੈ। ਉਹ ਚੇਤਨਾ ਮਿਸਿੰਗ ਹੈ ਜਿਹੜੀ ਕਿ ਸਿੱਖ ਲਹਿਰ ਵੇਲੇ ਸ਼ੁਰੂ ਹੋਈ ਸੀ। ਉਹ ਚੇਤਨਾ 20ਵੀਂ ਸਦੀ 'ਚ ਮਿਸਿੰਗ ਇਸ ਕਰਕੇ ਹੋ ਗਈ ਕਿ ਉਹ ਜਿਹੜੀ ਇੱਕ ਖਾਸ ਟਰੈਕ ਹੁੰਦਾ ਨਾ, ਜਿਹਨੂੰ ਫੋਲੋ ਕਰਨਾ ਤੁਸੀਂ, ਉਹ ਵਿਜ਼ਨ ਨਹੀਂ, ਉਹ ਦਿਸ਼ਾ ਨਹੀਂ। ਠੀਕ ਹੈ। ਤੇ ਸਾਡੀ ਅੰਗਰੇਜ਼ੀ 'ਚ ਅਸੀਂ ਜਿਹਨੂੰ ਕਹਿੰਦੇ ਨੇ ਪੋਲੀਟੀਕਲ ਕਲਾਸ, ਉਹਦਾ ਤੁਹਾਨੂੰ ਪਤਾ ਹੀ ਹੈ। ਤੁਹਾਡੀ ਪੰਜਾਬੀ ਯੂਨੀਵਰਸਿਟੀ ਤੁਹਾਡੇ ਕਰਕੇ ਤੇ ਨਹੀਂ ਸੰਕਟ 'ਚ ਹੈਗੀ, ਨਾ ਵਿਦਿਆਰਥੀਆਂ ਕਰਕੇ ਹੈ, ਕਿਹਦੇ ਕਰਕੇ ਹੈ। ਠੀਕ ਹੈ। ਤਾਂ ਸਵਾਲ ਇਹ ਕਹਿੰਦੇ ਨੇ ਵੀ ਇਟ ਇਜ਼ ਦ ਸਿਸਟਮ ਦੈਟ ਰਨਸ ਦ ਸ਼ੋ। ਤਾਂ ਸਿਸਟਮ ਨੂੰ ਕੌਣ ਚਲਾਉਂਦਾ ਹੈ? ਕਿਹੜੀ ਧਿਰ ਚਲਾਉਂਦੀ ਹੈ? ਸਿਸਟਮ ਬੇਸ਼ੱਕ ਸਿਸਟਮ ਚਲਾਉਂਦਾ ਜਾਂ ਅਲੀਟ ਚਲਾਉਂਦਾ, ਪਰ ਹਮੇਸ਼ਾ ਅਲੀਟ ਤੇ ਸਿਸਟਮ ਨੂੰ ਜਿਹੜੇ ਆਮ ਲੋਕ ਨੇ ਉਹ ਪ੍ਰਭਾਵਿਤ ਕਰਦੇ ਰਹਿੰਦੇ ਆ ਜਾਂ ਬਦਲਣ ਲਈ ਮਜਬੂਰ ਕਰ ਦਿੰਦੇ। ਸਰ ਜਿਹੜੇ ਮਤਲਬ ਤੁਸੀਂ ਵੀ ਤਾਂ ਨਹੀਂ ਇਹ ਕਹਿ ਰਹੇ ਨਾ ਕਿ ਭਾਈ ਜੇ ਤੁਸੀਂ ਬਚਣਾ ਤਾਂ ਉਹ ਤੁਸੀਂ ਇਸ ਧਰਤੀ ਤੇ ਰੁਕੋ। ਤਾਂ ਬਚਣ ਦੇ ਲਈ ਚੇਤਨਾ ਤਾਂ ਚਾਹੀਦੀ, ਉਹ ਚੇਤਨਾ ਹੀ ਮਿਸਿੰਗ ਹੈ। ਨਹੀਂ, ਹਰ ਚੀਜ਼ ਦਾ ਜਵਾਬ ਤਾਂ ਮੇਰੇ ਕੋਲ ਹੈ ਨਹੀਂ ਨਾ, ਤੁਹਾਡੇ ਕੋਲ ਹੈਗਾ। ਇਹਦੇ ਬਰਾਬਰ ਮੈਂ ਦੇਖਦਾ ਕਿ ਤੁਸੀਂ ਕਿਤਾਬ ਲਿਖਦੇ ਹੋ ਇਹਨਾਂ ਮੁੰਡਿਆਂ ਚੱਲਦੀ ਮਰਜ਼ਾਂ। ਇੱਕ ਤੁਹਾਡੀਆਂ ਹੁਣ ਤੱਕ ਦੀਆਂ ਗੱਲਾਂ ਨੇ ਕਿ ਇਸ ਕਰਕੇ ਪੰਜਾਬੀ ਬਾਹਰ ਚੱਲਦੇ, ਉਹਦੇ ਵਿੱਚ ਜਿਹੜਾ ਜਿੰਨੇ ਬਾਹਰ ਰਹਿੰਦੇ ਨੇ ਆਪਣਾ ਭਾਈਚਾਰਾ, ਉਹਦਾ ਬਹੁਤ ਹੀ ਇੱਕ ਕਹਿ ਲਓ ਕਿ ਨਿਰਾਸ਼ਾ ਵਾਲਾ ਆਲਮ ਆ ਉਹਨਾਂ 'ਚ। ਚਾਹੇ ਉਹ ਆਰਥਿਕ ਗਤੀ 'ਚ ਫਸੇ ਹੋਣ ਕਰਕੇ ਆ, ਚਾਹੇ ਉਹ ਇਕੱਲਤਾ ਦਾ, ਚਾਹੇ ਰਿਸ਼ਤਿਆਂ ਦੇ ਵਿੱਚ ਸਾਂਝ ਨਾ ਹੋਣ ਦਾ। ਉਹਦੇ ਬਾਰੇ ਕੀ ਕਹੋਗੇ ਕਿ ਸੱਚਮੁੱਚ ਮਤਲਬ ਤੁਸੀਂ ਹੁਣ ਵੀ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਬਾਹਰ ਜਾ ਕੇ ਬੰਦਾ ਇੰਨਾ ਖਾਲੀ ਹੋ ਜਾਂਦਾ, ਉਹਦੇ ਕੋਲ ਤੰਤ ਹੋਣ ਦਾ ਇੰਨਾ ਮੁੱਕ ਜਾਂਦਾ? ਕੱਲ ਖਾਲੀ ਤਾਂ ਜਿੰਨੇ ਹੋਣਾ ਉਹ ਇੱਥੇ ਵੀ ਹੁੰਦਾ, ਪਰ ਸਰ ਉਹਦੇ ਕੋਲ ਸਹਿਜ ਆਧਾਰ ਹੈਗੇ ਨਾ ਆਪਣੀ ਧਰਤੀ ਤੇ। ਕੁਛ ਚੀਜ਼ਾਂ ਉਹਨਾਂ ਨੂੰ ਸਹਿਜ ਮਿਲਦੀਆਂ ਨੇ ਆਪਣੀ ਧਰਤੀ ਤੇ ਹੋਣ ਦੀ। ਮੰਨ ਲਓ ਕਿ ਅਸੀਂ ਚੰਡੀਗੜ੍ਹ ਜਾਂਦੇ ਹਾਂ, ਚੰਡੀਗੜ੍ਹ ਜਾ ਕੇ ਅਸੀਂ ਬੈਲਟਾਂ ਲਾਉਣ ਲੱਗ ਜਾਂਦੇ ਕਿ ਚੰਡੀਗੜ੍ਹ ਆ ਗਏ। ਪੰਜਾਬ 'ਚ ਅਸੀਂ ਮਤਲਬ 20 ਚੀਜ਼ਾਂ ਦੀ ਖੁੱਲ੍ਹ ਲੈਂਦੇ। ਇੱਥੇ ਖਾਲੀ ਹੋਣ ਦਾ ਤੇ ਉੱਥੇ ਖਾਲੀ ਹੋਣ ਦਾ ਤਾਂ ਬਹੁਤ ਫਰਕ। ਦੇਖੋ, ਮੈਂ ਇਹਨੂੰ ਕਹਿਣਾ ਕਿ ਬੰਦਾ ਉਦਾਸ ਇੰਡੀਆ 'ਚ ਵੀ ਹੁੰਦਾ, ਪੰਜਾਬ 'ਚ ਵੀ ਹੈ, ਬਾਹਰ ਵੀ ਹੁੰਦਾ। ਪਰ ਮੈਂ ਇਹ ਲਿਖਿਆ ਵੀ ਹੈ ਕਿ ਜਿਹੜਾ ਪੰਜਾਬ ਦੀ ਉਦਾਸੀ, ਉਹਦੇ ਮਾਇਨੇ ਹੋਰ ਨੇ। ਉਹ ਤੁਸੀਂ ਉਦਾਸ ਹੋ ਕੇ, ਪੀੜਤ ਹੋ ਕੇ ਵੀ ਜਗਦੇ ਰਹਿੰਦੇ ਹੋ। ਬਾਹਰ ਦੀ ਉਦਾਸੀ ਕਹਿੰਦੇ ਨੇ ਕਿ ਬਸ ਇੱਕ ਚੁੱਪ ਸੀ ਲਗੀ ਹੈ, ਔਰ ਉਹ ਪਰਮਾਨੈਂਟ ਹੁੰਦੀ ਹੈ, ਤੁਹਾਡੇ ਅੰਦਰ ਧਸੀ ਹੁੰਦੀ ਹੈ, ਤੁਹਾਨੂੰ ਸਭ ਕੁਝ ਪ੍ਰਾਪਤ ਹੈ ਉੱਥੇ,
ਸਾਰੀਆਂ ਸੁਵਿਧਾਵਾਂ, ਬੱਚੇ ਸੈੱਟ ਨੇ, ਫਿਰ ਵੀ ਤੁਹਾਨੂੰ ਲੱਗਦਾ ਕਿ ਸਮਥਿੰਗ ਇਜ਼ ਮਿਸਿੰਗ ਬਾਹਰ। ਦੇਖੋ ਗੱਲ ਇਹ ਹੈ ਕਿ ਬਾਹਰ ਇੱਕ ਚੀਜ਼ਾਂ ਜਿਹੜੀਆਂ ਸਾਹਮਣੇ ਨੇ ਤੁਹਾਡੇ, ਤੁਹਾਨੂੰ ਪ੍ਰਾਪਤ ਨੇ ਮਟੀਰੀਅਲ ਫਾਰਮ 'ਚ, ਕੰਕਰੀਟ ਫਾਰਮ 'ਚ। ਦੂਜਾ, ਜਦੋਂ ਮੈਂ ਇਹ ਕਿਹਾ ਕਿ ਉਹ ਆਪਣੇ ਹੋਣੇ ਦੇ ਸਰੋਤਾਂ ਦੀ ਇਕਾਈ ਗੁਰਦੁਆਰਾ ਵਗੈਰਾ, ਉਹਦੇ 'ਚ ਫਰਕ ਹੈ। ਪੰਜਾਬ 'ਚ ਹੋਣਾ ਤੇ ਵਿਦੇਸ਼ 'ਚ ਹੋਣਾ, ਮਾਨਸਿਕ ਤੌਰ 'ਤੇ ਤੁਸੀਂ ਰੂਟਸ ਦੇ ਨਾਲ ਜੁੜੇ ਹੋਣਾ, ਉਹ ਤਾਂ ਸਿਰਫ ਕਾਇਮ ਰਹਿਣ ਲਈ ਉੱਥੇ ਹੁੰਦਾ। ਪਰ ਜੇ ਉਹ ਪੰਜਾਬ 'ਚ ਬੰਦਾ ਹੈਗਾ, ਪੰਜਾਬ ਹੀ ਜੇ ਖੁਸ਼ਹਾਲ ਹੋਵੇ ਤੇ ਪੰਜਾਬ ਤੋਂ ਬਾਹਰ ਲੋਕੀ ਜਾਂਦੇ ਰਹਿਣ ਸਿਰਫ ਪੰਜਾਬ ਨੂੰ ਤਾਕਤਵਰ ਬਣਾਉਣ ਦੇ ਲਈ, ਇੱਥੇ ਦੀ ਆਰਥਿਕਤਾ ਲਈ। ਪਰ ਹੁਣ ਕਾਫੀ ਦੇਰ ਤੋਂ ਇਹ ਕੁਛ ਡਿਸਟਰਬ, ਕਾਫੀ ਕੁਛ ਹੋ ਚੁੱਕਾ ਹੈ ਤੇ ਇੰਨੀ ਘਬਰਾਹਟ ਪੈਦਾ ਹੋਈ ਹੈ। ਖਾਸ ਤੌਰ 'ਤੇ ਇਹਦਾ ਕਾਰਨ ਇਹ ਹੈ ਕਿ ਪਤਾ ਹੀ ਨਹੀਂ ਲੱਗਦਾ ਵੀ ਗੱਲ ਕਿੱਥੋਂ ਸ਼ੁਰੂ ਕੀਤੀ ਜਾਏ ਤੇ ਕਿਸ ਢੰਗ ਨਾਲ ਉਹਦਾ ਪ੍ਰਬੰਧ ਕੀਤਾ ਜਾਏ। ਐਜੂਕੇਸ਼ਨ ਦੇ ਖੇਤਰ 'ਚ ਤੁਸੀਂ ਦੇਖ ਲਓ, ਮੈਡੀਸਨ ਦੇ ਖੇਤਰ 'ਚ ਦੇਖ ਲਓ। ਜਿਵੇਂ ਨਾ ਅਮ੍ਰਿਤਾ ਸੈਨ ਕਹਿੰਦਾ ਕਿ ਜੇ ਤੁਸੀਂ ਹਿੰਦੁਸਤਾਨ 'ਚ ਤਰੱਕੀ ਨੂੰ ਡਿਵੈਲਪ ਕਰਨਾ ਤੇ ਦੋ ਚੀਜ਼ਾਂ ਵੱਲ ਧਿਆਨ ਦਿਓ, ਐਜੂਕੇਸ਼ਨ ਤੇ ਮੈਡੀਕਲ ਕੇਅਰ। ਹੁਣ ਪੰਜਾਬ ਦੇ ਵਿੱਚ ਪੋਲੀਟੀਕਲ ਕਲਾਸ ਜਿਹੜੀ ਹੈ, ਉਹ ਤੁਸੀਂ ਇੱਦਾਂ ਦੀ ਗਹਿ ਗੱਚ ਚੱਕਰਬਾਜੀ, ਗਹਿ ਗੱਚ ਪੁਆੜਾ ਪਿਆ ਹੋਇਆ ਪੰਜਾਬ 'ਚ। ਹੁਣ ਵੀ ਦੇਖ ਲਓ, ਗਹਿ ਗੱਚ ਪੁਆੜਾ ਹੀ ਹੈ। ਜਦੋਂ ਇੱਦਾਂ ਦੀ ਸਥਿਤੀ ਹੈ ਤੇ ਫਿਰ ਤੁਹਾਡੀ ਆਰਥਿਕਤਾ ਜਿਹੜੀ ਹੈ, ਰਿਸੋਰਸਿਸ ਜਿਹੜੇ ਹੈ, ਉਹਦੇ 'ਚ ਹੀ ਖਤਮ ਹੋ ਜਾਂਦੇ ਆ। ਦੇਖੋ, ਇੱਕ 20ਵੀਂ ਸਦੀ ਦੇ ਵਿੱਚ ਦਿੱਕਤ ਇਹ ਪੈਦਾ ਹੋ ਗਈ ਕਿ ਕਾਫੀ ਕੁਛ ਉਹਨੂੰ ਕਹਿੰਦੇ ਨੇ ਡਿਸਜੋਇੰਟਡ ਹੈ। ਕਈ ਚੀਜ਼ਾਂ ਹੁਣ ਇੱਥੇ ਜਿਹੜੀ ਪੋਲੀਟੀਕਲ ਕਲਾਸ ਦੀ ਮੈਂ ਜਦੋਂ ਗੱਲ ਕੀਤੀ ਹੈ ਕਿ ਹਰ ਇੱਕ MLA ਕੋਲ ਸਿਕਿਉਰਿਟੀ ਗਾਰਡ ਹੈ, ਉਹਦੇ ਨਾਲ ਜਿਹਦੇ ਉਹ ਆਉਂਦਾ ਜਾਂਦਾ ਹੈ, ਇੱਕ ਜੀਪ ਹੁੰਦੀ ਹੈ, ਉਹਦੇ 'ਚ ਕਿੰਨੇ ਬੰਦੇ ਬੈਠਦੇ ਆ। ਮਤਲਬ ਸਿਕਿਉਰਿਟੀ 'ਤੇ ਹੀ ਇੰਨਾ ਰਿਸੋਰਸਿਸ ਤੁਹਾਡੇ ਜਦੋਂ ਜਾਂਦੇ ਆ। ਤੇ ਇਹ ਚੀਜ਼ਾਂ ਜਿਹੜੀਆਂ ਨੇ, ਇਹਨੂੰ ਚੇਂਜ ਕਰਨਾ ਇੰਝ ਲੱਗਦਾ ਕਿ ਹੁਣ ਅਸੰਭਵ ਹੈ। ਪੰਜਾਬ 'ਚ ਨਹੀਂ, ਸਾਰੇ ਹਰ ਇੱਕ ਜਗ੍ਹਾ, ਹਿੰਦੁਸਤਾਨ 'ਚ ਵੀ। ਤਾਂ ਹੈ ਕਿ ਬਹੁਤਾ ਕੁਛ ਅਸੀਂ ਕੀ ਕਰਦੇ ਹਾਂ, ਮਤਲਬ ਸਤਹੀ ਤੌਰ 'ਤੇ ਇਫ ਦਾ ਸ਼ੋ ਇਜ਼ ਰਨਿੰਗ, ਸਰਕਾਰ ਚੱਲ ਰਹੀ ਹੈ, ਲੋਕੀ ਵੋਟ ਪਾ ਰਹੇ ਹੈ, ਡੈਮੋਕ੍ਰੇਸੀ ਦਿਸ ਰਹੀ ਹੈ, ਯੂਨੀਵਰਸਿਟੀਆਂ ਚੱਲ ਰਹੀਆਂ ਨੇ, ਹਾਂਜੀ, ਤੇ ਉਹਨਾਂ 'ਚ ਜਿਹੜੀ ਉਹਦੀ ਜਿਹੜਾ ਅਸਲ ਹੈ ਉਹਨੂੰ ਖੋਰਾ ਲੱਗਾ ਹੋਇਆ। ਪੰਜਾਬ ਮਤਲਬ ਹਿੰਦੁਸਤਾਨ ਦੀ, ਪੰਜਾਬ ਦੀ ਜਿੰਨਾ ਮਰਜ਼ੀ ਕਹੀ ਜਾਣ ਅਸੀਂ ਤਬਦੀਲੀ ਲਿਆਈਏ, ਪਰ ਸਵਾਲ ਇਹ ਹੈ ਕਿ ਤਬਦੀਲੀ ਕਿਸ ਤਰ੍ਹਾਂ ਆਏਗੀ, ਕਿੰਨਾ ਪੈਸਾ ਚਾਹੀਦਾ ਹੈ ਐਜੂਕੇਸ਼ਨ ਨੂੰ। ਮੈਂ ਉੱਥੇ ਹਾਲੈਂਡ 'ਚ ਸੀ ਤੇ ਇੱਕ ਪੰਜਾਬੀ ਬੰਦੇ ਨਾਲ ਗੱਲ ਕਰ ਰਿਹਾ ਸੀ, ਕਹਿੰਦਾ ਜੀ ਦੇਖੋ, ਜਦ ਤੱਕ ਪੰਜਾਬ 'ਚ ਪ੍ਰਾਇਮਰੀ ਨਹੀਂ ਠੀਕ ਹੁੰਦੀ, ਮਤਲਬ ਇਹ ਪ੍ਰਾਇਮਰੀ ਦਾ ਮਤਲਬ ਪਹਿਲੇ ਦਿਨ ਤੋਂ ਪੰਜਾਬ 'ਚ ਬੱਚੇ ਨੂੰ ਪ੍ਰੋਪਰ ਐਜੂਕੇਸ਼ਨ ਨਹੀਂ ਮਿਲਦੀ। ਤੇ ਜਿਹੜੀ ਐਜੂਕੇਸ਼ਨ ਹੈ ਪੰਜਾਬ 'ਚ, ਉਹਦੇ ਲਈ ਉਹ ਕਿੱਦਾਂ ਦੀ ਐਜੂਕੇਸ਼ਨ ਦੇਣੀ ਹੈ, ਜਦ ਤੱਕ ਉਹ ਨਹੀਂ ਹੁੰਦੀ ਉਨੀ ਦੇਰ ਤੱਕ ਪੰਜਾਬ ਬਿਲਕੁਲ ਹੀ ਡਾਊਨ ਜਾਂਦਾ ਰਹੇਗਾ। ਕਿਉਂਕਿ ਇਹ ਬੇਇਨਸਾਫੀ ਇੱਥੋਂ ਹੀ ਸ਼ੁਰੂ ਹੁੰਦੀ ਹੈ ਵੀ ਇੱਕ ਬੱਚਾ ਬੜੇ ਸਧਾਰਨ ਸਕੂਲ 'ਚ ਜਾਂਦਾ, ਦੂਜਾ ਬੱਚਾ ਜਿਹਦੇ ਕੋਲ ਪੈਸੇ ਨੇ, ਉਹਦੇ ਮਾਂ-ਬਾਪ ਕੋਲ 10,000 ਤੱਕ ਮਹੀਨਾ ਦਾ ਖਰਚਾ ਹੈ, ਤੇ ਇੱਕ ਪੰਜਾਬੀ ਬੰਦਾ ਜਿਹਨੂੰ ਮੈਂ ਕਿਹਾ ਸੱਤਾਹੀਨ ਪੰਜਾਬੀ ਬੰਦਾ, ਜਿਹੜੀ ਆਰਥਿਕ ਥੋੜ੍ਹਾ ਹੈ, ਉਹਦਾ ਸੈਲਫ ਐਸਟੀਮ
ਸਵੈਮਾਨ ਬਚਪਨ ਤੋਂ ਹੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਉਹ ਸਧਾਰਨ ਸਕੂਲ 'ਚ ਜਾਂਦਾ ਹੈ। ਤੇ ਫਿਰ ਉਸ ਨੂੰ ਜਦ ਉਹਦੇ ਅੰਦਰ ਜਾਗ ਹੀ ਨਹੀਂ ਲੱਗੀ, ਜਿਹੜਾ ਦੀਵਾ ਹੈ ਉਹਦੇ 'ਚ ਬੱਤੀ ਤੇਲ ਹੀ ਨਹੀਂ ਪ੍ਰੋਪਰ, ਤੇ ਉਹਦੀ ਜੋਤ ਕਿਵੇਂ ਚਲੇਗੀ? ਹੌਲੀ ਹੌਲੀ ਟਿਮਟਮਾਉਂਦੀ ਔਰ ਡ੍ਰੌਪ ਆਊਟ ਹੋ ਜਾਂਦਾ। ਹਾਂਜੀ, ਸਕੂਲਾਂ ਤੋਂ ਨਕਲ ਮਾਰਦਾ। ਇੱਕ ਟੀਚਰ ਦੀ ਸ਼ਿਕਾਇਤ ਇਸ ਕਰਕੇ ਲੱਗਦੀ ਵੀ ਇਹ ਨਕਲ ਮਾਰਨ ਨਹੀਂ ਦਿੰਦੀ, ਇੱਥੇ ਬਠਿੰਡੇ ਦੀ ਗੱਲ ਹੈ, ਔਰ ਉਹ ਪਿੰਡ ਵਾਲਿਆਂ ਨੇ ਸ਼ਿਕਾਇਤ ਕੀਤੀ। ਹੁਣ ਆਸਤਾ ਆਸਤਾ ਦਰਅਸਲ ਇੱਥੇ ਦੀ ਰਿਸੋਰਸਿਸ ਹੈਗੇ ਆ ਜਿੰਨੇ, ਉਹਦੇ 'ਤੇ ਜਿਹੜੀ ਰੂਲਿੰਗ ਹੈ ਲਈ ਤਾਂ ਬਹੁਤ ਖਰਚਾ ਹੁੰਦਾ। ਅਫਸਰਸ਼ਾਹੀ ਨੂੰ ਕੋਈ ਫਰਕ ਨਹੀਂ ਪੈਂਦਾ, ਵੱਡੇ ਵੱਡੇ ਜੋ ਵੀ ਉਹਨਾਂ ਨੂੰ ਸੁਵਿਧਾਵਾਂ ਨੇ। ਹਾਂਜੀ, ਤੋ ਜਦ ਸਿਸਟਮ ਹੀ ਇੱਦਾਂ ਦਾ ਬੇਇਨਸਾਫੀ ਦਾ ਹੈਗਾ ਤੇ ਤੁਸੀਂ ਬਹੁਤਾ ਕੁਝ ਕਾਸਮੈਟਿਕ ਹੀ ਰਹੇਗਾ, ਪੰਜਾਬ 'ਚ ਕਾਸਮੈਟਿਕ ਹੀ ਰਹੇਗਾ ਸਾਰਾ ਕੁਝ। ਤੇ ਜਿਹੜਾ ਆਮ ਬੰਦਾ ਪਿਸ ਰਿਹਾ, ਜਿਹੜਾ ਦੁਖੀ ਹੈ, ਇੱਕ ਇਹ ਗੱਲ ਹੁੰਦੀ ਹੈ ਕਿ ਕਿਸੇ ਨੂੰ ਜੌਬ ਮਿਲ ਗਈ, ਪਰ ਹੁਣ ਇੱਕ ਮਾਨਸਿਕ ਤੌਰ 'ਤੇ ਸਾਰਿਆਂ ਦੇ ਮਨਾਂ 'ਚ ਇਹ ਗੱਲ ਬੈਠ ਗਈ ਹੈ ਕਿ ਪੰਜਾਬ 'ਚ ਫਿਊਚਰ ਨਹੀਂ ਹੈ ਬੱਚੇ ਦਾ। ਭਾਵੇਂ ਉਹ ਜਿੰਨਾ ਮਰਜ਼ੀ ਸੁਲਝਿਆ ਬੰਦਾ ਹੋਵੇ। ਇਹ ਗੱਲ ਸੱਚੀ ਆ ਕਿ ਫਿਊਚਰ ਨਹੀਂ ਹੈਗਾ ਜਾਂ ਬਣਾਈ ਗਈ ਹੈ ਕਿ ਥੋੜਾ ਨਹੀਂ ਬਣਾਈ ਨਹੀਂ ਜਾਂਦੀ। ਦੇਖੋ 70% ਜਾਂ 60% ਸੱਚ ਆ, 40% ਕੰਸਟਰਕਟ ਆ ਕਿ ਫਿਊਚਰ ਨਹੀਂ ਹੈਗਾ ਜੀ। ਦੇਖੋ ਮੇਰਾ ਜਵਾਕ ਵੀ ਕਹੇ, ਮੰਨ ਲਓ ਕਿ ਪ੍ਰੋਫੈਸਰ ਦੇ ਜਵਾਕ ਵੀ ਕਹਿਣ ਅਸੀਂ ਬਾਹਰ ਜਾਣਾ, ਇੰਜੀਨੀਅਰ ਦਾ ਵੀ ਕਹੇ, ਡਾਕਟਰ ਦਾ ਵੀ ਕਹੇ, ਪਿੰਡ ਦੇ ਕਿਸਾਨ ਦਾ ਵੀ ਕਹੇ, ਮਾਸਟਰ ਦਾ ਵੀ ਕਹੇ, ਮਤਲਬ ਹਰ ਕੋਈ ਕਹੇ ਕਿ ਸੱਚਮੁੱਚ ਮਤਲਬ ਪੰਜਾਬ ਹੁਣ ਇੰਨਾ ਡੁੱਬ ਗਿਆ ਕਿ ਫਿਊਚਰ ਨਹੀਂ ਹੈਗਾ। ਪੰਜਾਬ ਇੰਨਾ ਨਹੀਂ ਡੁੱਬਿਆ ਕਿਹਾ ਜਾ ਸਕਦਾ। ਸਿਰਫ ਇਹ ਹੈ, ਮੈਂ ਕਹਿ ਰਿਹਾ ਕਿ ਸਿਸਟਮ ਬੇਇਨਸਾਫੀ ਦਾ ਹੋਵੇ ਤੇ ਲੁੱਟ ਖਸੁੱਟ ਵਾਲੀ ਉਹ ਗੱਲ ਹੋਵੇ ਤੇ ਤੁਹਾਡੇ ਕੋਲ ਕੋਈ ਬੇਸਿਕ ਚੀਜ਼ ਇਹ ਹੈ ਕਿ ਐਥੀਕਲ ਡਿਸਿਪਲਿਨ ਕੋਈ ਨਹੀਂ ਹੈ, ਐਥਿਕਸ ਨਹੀਂ। ਹਾਂਜੀ, ਇੱਕ ਜਿਹੜੀ ਰੂਲਿੰਗ ਐਲੀਟ ਹੈ ਬੜੀ ਐਰੋਗੈਂਟ ਇਸ ਕਰਕੇ ਹੈਗੀ ਹੈ, ਉਹ ਕਹਿੰਦੇ ਨੇ ਕਿ ਸਾਡਾ ਕੋਈ ਵਿਗਾੜ ਨਹੀਂ ਸਕਦਾ, ਅਸੀਂ ਤਾਂ ਸਿਰਫ ਯਾਨੀ ਚੁਸਤੀਆਂ ਚਲਾਕੀਆਂ ਦੇ ਰਾਹੀਂ ਆਪਣੀ ਇੰਪੋਰਟੈਂਸ ਬਣਾਈ ਰੱਖਣੀ ਹੈ। ਪੋਲੀਟਿਕਸ ਦੇ ਵਿੱਚ ਵੀ ਤੇ ਮਿਹਨਤ ਕਰਕੇ ਚਲੋ IAS ਆ ਜਾਂਦੇ ਨੇ, IPS ਬਣ ਜਾਂਦੇ ਨੇ। ਤੇ ਜਦ ਪ੍ਰੀਡੋਮੀਨੈਂਟਲੀ ਇਹ ਚੀਜ਼ ਹੈਗੀ ਹੈ ਪੰਜਾਬ ਦੇ ਵਿੱਚ, ਤੇ ਤੁਸੀਂ ਦੱਸੋ ਵੀ ਆਮ ਬੰਦਾ ਉਹ ਕਿੱਥੇ ਜਾਏ? ਉਸ ਨੂੰ ਜੌਬ ਲੈਣ ਦੇ ਲਈ ਦੌੜਨਾ ਪੈਂਦਾ, ਚਪੜਾਸੀ ਦੀ ਜੌਬ ਲਈ ਵੀ, ਡਰਾਈਵਰ ਦੀ ਜੌਬ ਲਈ ਵੀ ਮੰਤਰੀਆਂ ਕੋਲ ਸਿਫਾਰਿਸ਼ ਪਾਉਣੀ ਪੈਂਦੀ ਹੈ। ਤੋ ਕਹਿੰਦੇ ਨੇ ਕਿ ਫਿਰ ਇਹ ਚੀਜ਼ ਜਿਹੜੀ ਹੈ, ਤੁਹਾਡਾ ਕੀ ਖਿਆਲ ਹੈ ਕਿ ਰਿਫਲੈਕਸ਼ਨ ਨਹੀਂ ਤੁਹਾਡੇ ਜੋ ਆਤੇ ਹੋਏਗਾ? ਸੁਵਿਧਾ ਵਾਲੇ ਬੰਦੇ ਕੋ ਕਹੇਗਾ ਵੀ ਇਹ ਚੀਜ਼, ਇਹ ਜਗ੍ਹਾ ਹੁਣ, ਪਰ ਫਿਰ ਉਹ ਪੰਜਾਬ ਭੁੱਲ ਜਾਂਦਾ। ਫਿਰ ਉਹਨੂੰ ਆਪਣਾ ਸੇਕ ਜਦੋਂ ਲੱਗਦਾ ਨਾ ਫਿਊਚਰ 'ਚ ਵੀ ਸੰਭਾਵਨਾਵਾਂ ਘੱਟ ਗਈਆਂ ਨੇ। ਹਾਂਜੀ, ਕਿਸੇ ਤਰ੍ਹਾਂ ਦਾ ਇੱਕ ਤਾਂ ਆਬਾਦੀ ਜ਼ਿਆਦਾ ਹੋਣ ਕਰਕੇ, ਇੱਕ ਤਾਂ ਚਲੋ ਆਪਾਂ ਇੱਕ ਮਿੰਟ ਲਈ ਮੰਨ ਵੀ ਲੈਂਦੇ ਹਾਂ ਕਿ ਪੰਜਾਬ ਦੇ ਵਿੱਚ ਫਿਊਚਰ ਨਹੀਂ ਹੈਗਾ। ਜਿਹੜਾ ਉੱਥੇ ਜਾਣਾ, ਵਿਦੇਸ਼ ਦੇ ਵਿੱਚ ਜਾਣਾ, ਕਿਸੇ ਕੰਟਰੀ ਵਿੱਚ ਜਾਣਾ, ਉਹ ਉੱਥੇ ਕਿਤੇ ਬਹੁਤ ਫਿਊਚਰ ਆ। ਫਿਊਚਰ ਕਿ ਇੱਕ ਪਾਸੇ ਤਾਂ ਆਰਥਿਕਤਾ ਪੱਖੋਂ ਤਾਂ ਮੰਨ ਲਓ ਫਿਊਚਰ ਹੈਗਾ, ਉਹਦੀ ਤੁਲਨਾ ਦੇ ਵਿੱਚ ਅਸੀਂ ਹੋਰ ਕਿੰਨਾ ਕੁਝ ਗਵਾਉਂਦੇ ਹਾਂ। ਉਸ ਫਿਊਚਰ ਬਾਰੇ ਵੀ ਗੱਲ ਕਰੋ। ਨਹੀਂ, ਉਹ ਫਿਊਚਰ ਬਾਰੇ ਤਾਂ ਗੱਲ ਇਸ ਤਰ੍ਹਾਂ ਹੈਗੀ ਹੈ ਨਾ ਕਿ ਜਦੋਂ ਕੋਈ ਬਿਮਾਰ ਪੈ ਜਾਂਦਾ, ਉਹਦੇ ਕੋਲ ਰਾਹ ਕੀ ਹੈ? ਉਹ ਡਾਕਟਰ ਕੋਲ ਜਾਏਗਾ,
ਜੇ ਡਾਕਟਰ ਕੋਲ ਨਹੀਂ ਜਾਂਦਾ ਤੇ ਆਪਣੇ ਡਿਸਪਲਿਨ ਨਾਲ ਥੋੜ੍ਹਾ ਜਿਹਾ ਕਿ ਨੈਚੁਰਲ ਢੰਗ ਦੇ ਨਾਲ ਠੀਕ ਹੋਣ ਦੀ ਕੋਸ਼ਿਸ਼ ਕਰੇਗਾ, ਪਰ ਉਹ ਡਾਕਟਰ ਕੋਲ ਜਾਂਦਾ ਤੇ ਡਾਕਟਰ ਉਹਨੂੰ ਦਵਾਈ ਦਿੰਦਾ, ਠੀਕ ਹੈ। ਤੇ ਹਰ ਮੈਡੀਸਨ ਦਾ ਸਾਈਡ ਇਫੈਕਟ ਹੁੰਦਾ, ਉਹ ਠੀਕ ਵੀ ਕਰਦੀ ਹੈ ਪਰ ਨਾਲ ਨਾਲ ਉਹਦਾ ਸਾਈਡ ਇਫੈਕਟ ਵੀ ਹੁੰਦਾ। ਇਸੇ ਤਰ੍ਹਾਂ ਹੀ ਜਦੋਂ ਸਾਡੇ ਬੰਦੇ ਸੋਚਦੇ ਆ ਬਾਹਰ ਜਾਣ ਲਈ, ਬਈ ਇਹ ਸਾਨੂੰ ਨਾ ਇੱਕ ਕੁਇਕ ਰਿਲੀਫ ਹੈ ਨਾ ਉੱਥੇ ਜਾ ਕੇ, ਪਰ ਉਹਦਾ ਜਿਹੜਾ ਸਾਈਡ ਇਫੈਕਟ ਹੈ ਉਹਨਾਂ ਨੂੰ ਪਤਾ ਨਹੀਂ ਹੁੰਦਾ। ਹੁਣ ਉਹ ਸਾਈਡ ਇਫੈਕਟ ਜੋ ਹੈ ਉਹ ਕਹਿੰਦੇ ਨੇ ਅਸੀਂ ਉਹਦੇ ਨਾਲ ਘੋਲ ਕਰ ਲਾਂਗੇ। ਘੱਟੋ ਘੱਟ ਉਹ ਕਹਿੰਦੇ ਨੇ ਕਿ ਸਾਰੇ ਜਾਣਾ ਚਾਹੁੰਦੇ ਨੇ ਪੱਛਮੀ ਦੇਸ਼ਾਂ 'ਚ, ਤੁਹਾਨੂੰ ਕੋਈ ਨਹੀਂ ਮਿਲੇਗਾ ਫਿਲੀਪਾਈਨ ਜਾਣ ਲਈ ਜਾਂ ਇੰਡੋਨੇਸ਼ੀਆ ਜਾਣ ਲਈ ਕਹੇਗਾ, ਉਹ ਵੀ ਬਹੁਤ ਨੇ ਨਹੀਂ, ਪਰ ਉਹ ਜਾਂਦੇ ਨੇ ਜਿਹੜੇ ਕਿ ਉੱਥੇ ਬਹੁਤ ਆਰਡੀਨਰੀ ਲੈਵਲ ਤੇ ਪੈਸੇ ਕਿੰਨੇ ਆ ਕਿਸੇ ਹਾਂਜੀ ਹਾਂਜੀ। ਤੋ ਇਸ ਕਰਕੇ ਉਹ ਵੈਸਟਰਨ ਕੰਟਰੀ 'ਚ ਇਸ ਕਰਕੇ ਵੀ ਜਾਂਦੇ ਨੇ ਕਿ ਕਮ ਸੇ ਕਮ ਕੁਆਲਿਟੀ ਆਫ ਲਾਈਫ ਜਾਂ ਤਰਤੀਬ, ਕੁਆਲਿਟੀ ਆਫ ਲਾਈਫ ਮਟੀਰੀਅਲ ਸੈਂਸ 'ਚ ਵੀ ਬਾਹਰ ਜੋ ਦਿਸਦੀ ਬੱਸਾਂ ਠੀਕ ਚੱਲਦੀਆਂ ਜਾਂ ਗੱਡੀਆਂ ਠੀਕ ਚੱਲਦੀਆਂ, ਉੱਥੇ ਭੀੜ ਨਹੀਂ ਹੈ, ਜਾਂ ਉੱਥੇ ਆਪਣਾ ਹਰ ਚੀਜ਼ ਸਰਕਾਰੀ ਜਿਹੜੀ ਹੈ ਬੜੀ ਖਾਸ ਰੂਲਸ ਐਂਡ ਰੈਗੂਲੇਸ਼ਨ ਦੇ ਮੁਤਾਬਕ ਹੁੰਦੀ ਹੈ। ਇੱਥੇ ਤਾਂ ਹਰ ਮੂਮੈਂਟ 'ਤੇ ਤੁਹਾਨੂੰ ਹੈਸਲ ਮਤਲਬ ਕੋਈ ਨਾ ਕੋਈ ਦਿੱਕਤ ਆਉਂਦੀ ਹੈ। ਕਦੀ ਕਿਸੇ ਨੂੰ ਕਹੋ, ਤੁਹਾਡਾ ਤਾਂ ਆਪਣਾ ਰਹਿੰਦਾ ਹੀ ਕੁਛ ਨਹੀਂ, ਸਵੈਮਾਨ। ਤੋ ਇਹ ਸਵੈਮਾਨ ਜਿਹੜਾ ਉਹ ਕਹਿੰਦੇ ਨੇ ਕਮ ਸੇ ਕਮ ਉੱਥੇ ਇਹ ਪੱਖ ਤਾਂ ਸਾਨੂੰ ਉਹਨਾਂ ਨੂੰ ਫਿਰ ਨਾ ਖਿੱਚ ਇਹ ਚੀਜ਼ ਪਾਉਂਦੀ ਹੈ। ਫਿਰ ਉੱਥੇ ਗਲੈਮਰ ਜਿਹਾ, ਬਾਹਰ ਦਾ ਇੱਕ ਆਪਣਾ ਗਲੈਮਰ ਹੈ, ਵੱਖਰੀ ਦੁਨੀਆ ਹੈ, ਹਾਂਜੀ। ਤੋ ਉਹਦੀਆਂ ਖਿੱਚਾਂ ਨਾਲ ਉਹ ਜਾਂਦੇ ਨੇ, ਉਹਦੀ ਕੀਮਤ ਵੀ ਦਿੰਦੇ ਨੇ, ਦੇਈ ਵੀ ਜਾਂਦੇ ਨੇ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹਨੂੰ ਤੁਸੀਂ ਕੀਮਤ ਕਹਿੰਦੇ ਹੋ ਤਾਂ ਤੁਸੀਂ ਜੇ ਕੰਸਨਟਰੇਟ ਕਰੋ ਵੀ ਇਹ ਕੀਮਤ ਹੈ, ਜਿੱਦਾਂ ਮੈਂ ਇਹਨਾਂ ਮੁੰਡਿਆਂ ਜਲਦੀ ਮਰ ਜਾਣਾ, ਸਾਰੇ ਕਰੈਕਟਰ ਨੇ ਜਿਹੜੇ ਮਾੜੇ, ਜਿਨ੍ਹਾਂ ਦਾ ਫਿਊਚਰ ਮਾੜਾ, ਮੈਨੂੰ ਕਈਆਂ ਨੇ ਕਿਹਾ ਵੀ ਬਾਹਰ ਦੀ ਜ਼ਿੰਦਗੀ ਇੱਦਾਂ ਦੀ ਹੁੰਦੀ ਨਹੀਂ, ਮੈਂ ਕਿਹਾ ਨਹੀਂ ਹੁੰਦੀ, ਪਰ ਜਿਹੜੇ ਮੈਂ ਕਰੈਕਟਰ ਲਏ ਨੇ ਉਹ ਕਰੈਕਟਰ ਵੀ ਹੈਗੇ ਆ ਤੇ ਮੈਂ ਉਹਨਾਂ ਦੇ ਉੱਤੇ ਉਹਨਾਂ ਨੂੰ ਪੇਸ਼ ਕੀਤਾ ਕਿਉਂਕਿ ਉਹ ਮੈਂ ਦੇਖੇ ਤੇ ਮੈਨੂੰ ਅਫਸੋਸ ਹੁੰਦਾ। ਤੇ ਇੱਕ ਜਦੋਂ ਵੀ ਤੁਸੀਂ ਕੋਈ ਰਚਨਾ ਕਰਦੇ ਹੋ ਤੇ ਤੁਸੀਂ ਇੱਕ ਸਵਾਲ ਪੈਦਾ ਕਰਦੇ ਹੋ, ਤੁਹਾਡੀ ਰਚਨਾ ਇੱਕ ਸਵਾਲ ਨੇ ਕਈ ਸਵਾਲ ਪੈਦਾ ਕਰਦੀ ਹੈ ਤੇ ਤੁਹਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਸੀ। ਤੋ ਇਹ ਗੱਲ ਆਪਣੀ ਪਹਿਲੀ ਜੋ ਚੱਲ ਰਹੀ ਬਾਤ ਆਨਾ, ਮੈਂ ਸਿਰਫ ਇਹ ਕਹਿਣਾ ਚਾਹੁੰਦਾ ਜਿਵੇਂ ਪੋਲੈਂਡ ਦੇ ਪਿਛੋਕੜ ਦਾ ਰਾਈਟਰ ਜੋਸਫ ਕੌਨਰੈਡ ਅੰਗਰੇਜ਼ੀ 'ਚ ਬਹੁਤ ਅੱਛਾ ਨਾਵਲਕਾਰ ਫਿਰ ਬਣ ਗਿਆ। ਉਹਦਾ ਇੱਕ ਕੋਟੇਸ਼ਨ ਮੈਨੂੰ ਅਕਸਰ ਯਾਦ ਆਉਂਦੀ ਹੈ। ਉਹ ਕਹਿੰਦਾ ਹੈ ਕਿ ਸਾਹਿਤ ਜਾਂ ਰਚਨਾਕਾਰੀ ਦਾ ਮਕਸਦ ਕੀ ਹੈ? ਟੂ ਮੇਕ ਯੂ ਸੀ, ਪਹਿਲਾਂ ਤੁਸੀਂ ਲਿਖਦੇ ਹੋ, ਕੋਈ ਦ੍ਰਿਸ਼ ਪੇਸ਼ ਕਰਦੇ ਹੋ, ਕੋਈ ਸਟੇਟਮੈਂਟ ਦਿਓ, ਟੂ ਮੇਕ ਯੂ ਸੀ, to make you feel and to make you think, ठीक है। तो ਪਹਿਲਾਂ ਤੁਸੀਂ ਦੇਖਦੇ ਹੋ, ਫਿਰ ਉਹਨੂੰ ਫੀਲ ਕਰਦੇ ਹੋ। ਤਾਂ ਜਿਹੜੀ ਫੀਲਿੰਗ ਹੈ, ਜੇ ਚੇਤਨ ਵਿਅਕਤੀ ਜਿਹੜਾ ਹੈ ਉਹ ਜੋ ਕੋ ਮਹਿਸੂਸ ਕਰਦਾ ਹੈ, ਫਿਰ ਉਹ ਸੋਚਦਾ ਵੀ ਭਾਈ ਇਹ ਕਿਉਂ ਹੈ, ਜਿੱਦਾਂ ਤੁਸੀਂ ਸਵਾਲ ਪੁੱਛ ਰਹੇ ਵੀ ਪੰਜਾਬ ਦਾ ਇੰਨਾ ਹੀ ਮਾੜਾ ਹਾਲ ਹੈ ਜਾਂ ਇਹਨੂੰ ਬਚਾਇਆ ਕਿਵੇਂ ਜਾ ਸਕਦਾ। ਤੁਹਾਡੇ ਅੰਦਰ ਸਵਾਲ ਪੈਦਾ ਹੋਏ ਹੈ ਨਾ, ਇਹ ਜ਼ਰੂਰੀ ਨਹੀਂ ਤੁਸੀਂ ਤਾਂ ਸਾਹਮਣੇ ਜੋ ਚੱਲ ਰਿਹਾ ਉਹਨੂੰ ਵਰਤਾਰੇ ਨੂੰ ਦੇਖ ਕੇ ਹੈ ਕਹਿ ਰਹੇ ਹੋ, ਪਰ ਜਿਹੜਾ ਕੁਛ ਬਾਹਰ ਵਾਪਰਦਾ ਹੈ ਉਹਨਾਂ ਦੇ ਅੰਦਰ ਵਾਪਰਦਾ। ਮੈਨੂੰ ਕਈਆਂ ਨੇ ਕਿਹਾ ਕਿ ਤੁਹਾਡੇ ਇਸ ਕਿਤਾਬ ਦੇ ਵਿੱਚ ਮੈਂ ਤਾਂ ਇਹੋ ਜਿਹੇ ਕਰੈਕਟਰ ਕਦੀ ਨਹੀਂ ਦੇਖੇ ਕਿਤੇ। ਮੈਂ ਕਿਹਾ ਮੈਂ ਕਰੈਕਟਰ ਹੀ ਨਹੀਂ ਪੇਸ਼ ਕਰ ਰਿਹਾ, ਮੈਂ ਤਾਂ ਉਹ ਕੁਝ ਪੇਸ਼ ਕਰ ਰਿਹਾ ਜੋ ਦਿਸਦਾ ਨਹੀਂ ਪਿਆ ਪਰ ਅੰਦਰ ਵਾਪਰਦਾ ਪਿਆ। ਜਿਹੜਾ ਦੇਖੋ
ਲਿਟਰੇਚਰ ਹੈ ਜਾਂ ਗੁੱਡ ਰਾਈਟਿੰਗ ਹੈ ਜਾਂ ਕੋਈ ਵੀ ਕ੍ਰੀਏਟਿਵਿਟੀ ਹੈ, ਉਹ ਕ੍ਰੀਏਟਿਵ ਕਿਉਂ ਹੋ ਗਈ? ਕ੍ਰੀਏਟਿਵ ਇਸ ਕਰਕੇ ਹੋ ਗਈ ਕਿ ਜੋ ਤੁਹਾਨੂੰ ਪੰਜਾਬ 'ਚ ਜੋ ਦਿਸਦਾ ਵੀ ਇੰਝ ਮੁੰਡੇ ਜਾ ਰਹੇ, ਅਤੇ ਜੇ ਕੋਈ ਉਸ ਨੂੰ ਉਸ ਤਰ੍ਹਾਂ ਪੇਸ਼ ਕਰ ਦੇਵੇ ਤਾਂ ਕੋਈ ਗੱਲ ਹੈ ਨਹੀਂ, ਉਹ ਕੋਈ ਕ੍ਰੀਏਟ ਨਹੀਂ ਉਹਨੇ ਕੀਤੀ। ਪਰ ਉਹਦੇ ਵਿੱਚ ਕਿੰਨਾ ਕੁਛ ਇਨਵਿਜ਼ੀਬਲ ਜੋ ਪਿਆ ਹੋਇਆ, ਹਰ ਇੱਕ ਮਨੁੱਖ ਦੇ ਅੰਦਰ ਇੱਕ ਨੈਰੇਟਿਵ, ਅਜੀਬ ਤਰ੍ਹਾਂ ਦੇ ਨੈਰੇਟਿਵਸ ਨੇ। ਹਾਂਜੀ, ਉਹਦੇ ਇੱਥੇ ਮਾਨਸਿਕਤਾ 'ਚ ਕਿੰਨਾ ਕੁਛ ਵਾਪਰਦਾ, ਕਿੰਨੇ ਦੁੱਖ ਸੁੱਖ, ਤੋਂ ਜਿਹੜੀ ਰਚਨਾਕਾਰੀ ਹੈ ਉਹ ਉਸ ਨੂੰ ਪੇਸ਼ ਕਰਦੀ ਹੈ। ਹਾਂਜੀ, ਤਾਂ ਮਸਲਾ ਇਹ ਹੈਗਾ ਕਿ ਜਦੋਂ ਸਾਡੇ ਮੁੰਡੇ, ਹੁਣ ਦੇਖੋ ਦੋ ਚੀਜ਼ਾਂ ਨੇ, ਮੈਂ ਇਹ ਨਾਲ ਜਾ ਰਹੀ ਨੇ ਹੁਣ ਤਾਂ, ਕੁੜੀਆਂ ਵੀ ਜਾ ਰਹੀਆਂ ਨੇ। ਦੋ, ਮੈਂ ਕਿਹਾ ਵੀ ਇੱਕ ਜਗ੍ਹਾ ਮੈਂ ਲਿਖਿਆ ਕਿ ਉੱਥੇ ਆਰਥਿਕਤਾ ਦੀ ਗਤੀ ਨਾਲ ਪੰਜਾਬੀ ਬੰਦਾ ਪੀੜਿਤ ਹੈ। ਆਰਥਿਕਤਾ ਦੀ ਗਤੀ, ਪੰਜਾਬੀ ਬੰਦਾ ਨਹੀਂ, ਉੱਥੋਂ ਦਾ ਆਪਣਾ ਬੰਦਾ ਵੀ ਪੀੜਿਤ ਹੈ। ਜਿਹੜੇ ਉੱਥੇ ਰਹਿੰਦੇ ਨੇ ਉਹ ਵੀ ਖੁਸ਼ ਨਹੀਂ ਸੀ, ਸਾਨੂੰ ਹੀ ਲੱਗਦਾ ਕਿ ਖੁਸ਼ ਨੇ। ਅਤੇ ਇੱਥੇ ਜਿਹੜੀ ਹੈ ਉਹ ਥੁੜ ਟੁੱਟ ਦੀ ਇੱਕ ਦਾ ਆਤੰਕ ਹੈ। ਮੈਂ ਕਿਹਾ ਦੋ ਆਤੰਕ ਨੇ, ਇੱਕ ਗੁਰਬਤ ਆਪਣੇ ਆਪ 'ਚ ਆਤੰਕ ਹੁੰਦਾ ਹੈ, ਇੱਕ ਗੁਰਬਤ ਤੋਂ ਮੁਕਤ ਹੋ ਕੇ ਜੋ ਤੁਸੀਂ ਪ੍ਰਾਪਤ ਕਰਦੇ ਹੋ, ਭਾਵੇਂ ਮਿਹਨਤ ਨਾਲ ਕਰਦੇ ਹੋ, ਜਿਵੇਂ ਕਿ ਸਾਡੇ ਪੰਜਾਬੀ ਮੁੰਡਿਆਂ ਨੇ ਉੱਥੇ ਕੀਤਾ, ਉਹ ਆਰਥਿਕਤਾ ਦੀ ਗਤੀ ਜਿਹੜੀ ਹੈ ਉਹਨਾਂ ਲਈ ਆਤੰਕ ਹੈ। ਉਹ ਸਵੇਰੇ ਸੁੱਤੇ ਅੱਖਾਂ ਮਲਦੇ, ਮੂੰਹ ਮਤਲਬ ਮਾੜਾ ਜਿਹਾ ਤਿਆਰ ਹੁੰਦੇ, ਗੱਡੀ ਸਟਾਰਟ ਕਰਦੇ, ਜੇ ਕੌਫੀ ਬਣਾਈ ਹੈ ਤਾਂ ਪੀਣ ਦਾ ਟਾਈਮ ਨਹੀਂ, ਕੌਫੀ ਨੂੰ ਉੱਥੇ ਰੱਖਿਆ, ਕਾਰ ਦੇ ਵਿੱਚ ਨਾਲ ਸਿਪ ਕਰੀ ਜਾਂਦੇ ਆ, ਸਵੇਰੇ ਜਾਂਦੇ ਆ, ਸ਼ਿਫਟਾਂ ਕਰਦੇ ਆ, ਅੱਜ ਵੀ ਕਰਦੇ ਆ। ਇੱਥੇ ਇੱਕ ਬੰਦਾ ਫਲਾਈਂਗ ਆਫਿਸਰ, ਜਿਹੜੇ ਸਕੁਆਡਰਨ ਲੀਡਰ ਤੋਂ ਬਾਅਦ ਏਅਰਫੋਰਸ ਦੇ ਜਿਹੜਾ ਅੱਪਰ ਰੈਂਕ, ਉੱਥੇ ਮੈਂ ਨਾ ਉਹ ਕੈਨੇਡਾ ਦੇ ਇੱਕ ਲਾਇਬ੍ਰੇਰੀ ਦੇ ਬਾਹਰ ਉਸ ਨੂੰ ਦੇਖਿਆ, ਉਹ ਸਿਕਿਉਰਿਟੀ ਗਾਰਡ ਦੀ, ਤੇ ਕਹਿੰਦਾ ਮੈਂ ਘਰ ਬੈਠ ਕੇ ਦੱਸੋ ਕੀ ਕਰਾਂ। ਮੈਂ ਕਈ ਜਗ੍ਹਾ ਲਿਖਿਆ, ਕੈਲਗਰੀ ਦੇ ਵਿੱਚ ਵੀ ਸ਼ਾਮ ਨੂੰ ਕੋਈ 7:30 8 ਵਜੇ ਦਾ ਟਾਈਮ, ਸਾਡੇ ਬਜ਼ੁਰਗ ਇੱਥੋਂ ਪੰਜਾਬ ਦੇ ਸਾਡੇ ਚੰਗੇ ਪ੍ਰਭਾਵਸ਼ਾਲੀ, ਅਤੇ ਹੱਥ 'ਚ ਉਹ ਫੜੇ ਸਫਾਈ ਦੇ ਜਿਹੜੇ ਨਾ ਵੱਡੇ ਜਿਹੜੇ ਪੋਚੇ ਜੇ ਫੜ ਕੇ, ਉਹਨਾਂ ਦਾ ਹੁਣ ਨਾ ਇਹ ਡਿਊਟੀ ਸੀ ਕੰਟਰੈਕਟਰ ਦੇ ਨਾਲ ਕਿ ਦਫ਼ਤਰ ਨੂੰ ਸਾਫ਼ ਕਰਨਾ ਦੂਜੇ ਦਿਨ, ਤਾਂ ਜੋ ਸਵੇਰੇ ਆ ਕੇ ਦਫ਼ਤਰ ਲੱਗੇ। ਏਅਰਪੋਰਟਾਂ 'ਤੇ ਵੀ ਤੁਸੀਂ ਦੇਖੇ, ਅਤੇ ਉਹੋ ਹੀ ਬੰਦੇ ਘਰਾਂ ਵੀ ਚਲਾਉਂਦੇ ਆ। ਤਾਂ ਇਹ ਉਹਨਾਂ ਦੀ ਚੋਇਸ ਨਹੀਂ, ਜੋ ਉਹਨਾਂ ਨੂੰ ਗਿਵਨ ਸਿਚੁਏਸ਼ਨ ਦੇ ਵਿੱਚ ਜੋੜ ਤੋੜ ਕਰਕੇ ਪ੍ਰਾਪਤ ਹੋਇਆ, ਜਿੱਦਾਂ ਦੀ ਜ਼ਿੰਦਗੀ। ਹੁਣ ਇਹੋ ਜਿਹੀ ਜਿਹੜੀ ਜ਼ਿੰਦਗੀ ਹੈ ਉਹ ਵੀ ਆਤੰਕ ਹੈ। ਮਤਲਬ ਤੁਹਾਨੂੰ ਲਾਚਾਰੀ ਬਸ ਪੈਸਾ ਕਮਾਉਣਾ ਪੈਂਦਾ, ਲੋੜ ਹੈ ਵੀ ਨਹੀਂ। ਘਰ ਬੈਠ ਕੇ ਕੀ ਕਰਨ? ਇਹ ਕਹਿੰਦੇ ਬਜ਼ੁਰਗ ਕੀ ਕਰਨ? ਬਜ਼ੁਰਗਾਂ ਦੀ ਹਾਲਤ ਉੱਥੇ ਬਹੁਤ ਮਾੜੀ ਹੈ, ਮਾਨਸਿਕ ਤੌਰ 'ਤੇ ਬਹੁਤ ਪੀੜਤ ਨੇ, ਉਹਨਾਂ ਨੂੰ ਕੋਈ ਪੁੱਛਦਾ ਨਹੀਂ। ਹਾਂਜੀ, ਤੁਸੀਂ ਵੀਡੀਓ ਮੈਂ ਹਜੇ ਫੇਸਬੁੱਕ 'ਤੇ ਵੀ ਦੇਖੀ, ਇੱਕ ਬਜ਼ੁਰਗ ਕਹਿੰਦੇ ਆ ਵੀ, ਉਂਝ ਕਹੀ ਜਾਂਦੇ ਆ ਵੀ ਅਸੀਂ ਸਾਰਿਆਂ ਨੂੰ ਕਹਿੰਦੇ ਆ ਵੀ ਇਹ ਵੇਲਾ ਤੁਸੀਂ ਨਿਕਲ ਆਓ ਪੰਜਾਬ ਤੋਂ। ਇੱਕ ਬਜ਼ੁਰਗ ਕਹਿੰਦਾ ਮੁੰਡਿਆਂ ਨੂੰ, ਮੈਂ ਕਹਿੰਦਾ, ਅਤੇ ਫਿਰ ਉਹਨੂੰ ਕਿਸੇ ਨੇ ਪੁੱਛਿਆ ਵੀ ਇੱਥੇ ਤੁਹਾਨੂੰ ਸੁੱਖ ਹੈ? ਕਹਿੰਦਾ ਸੁੱਖ ਹੈ ਜਾਂ ਨਹੀਂ, ਪਰ ਜੋ ਦੁੱਖ ਸਾਨੂੰ ਪੰਜਾਬ 'ਚ ਹੈ ਕਿਤੇ ਨਹੀਂ। ਉਹ ਪੰਜਾਬ ਦੇ ਵਿੱਚ ਜਿਹੜੀ ਅਫਸਰਸ਼ਾਹੀ ਜਾਂ ਪੁਲਿਸ ਫੋਰਸ, ਉਸ ਤੋਂ ਹੀ ਦੁਖੀ ਨੇ, ਉਹ ਨਿਗੂਣੇਪਨ ਦੇ ਅਹਿਸਾਸ ਤੋਂ ਹੀ ਦੁਖੀ ਨੇ ਪੰਜਾਬ 'ਚ। ਉੱਥੇ ਵੀ ਨਿਗੂਣਾਪਨ ਹੈਗਾ, ਪਰ ਫਿਰ ਕਹਿੰਦੇ ਨੇ ਵੀ ਸਾਡੇ ਕੋਲ ਰਿਸੋਰਸਿਸ ਤਾਂ ਹੁਣ ਹੈਗੇ, ਘਰ ਤਾਂ ਹੈਗਾ, ਰੋਟੀ ਖਾਣ ਨੂੰ ਪੈਸੇ ਹੈਗੇ, ਚੰਗੀ ਰੋਟੀ ਖਾਂਦੇ ਆ, ਸ਼ਾਮ ਨੂੰ
ਚੰਗੀ ਵਿਸਕੀ ਪੀਂਦੇ ਆ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਕੋਈ ਚੀਜ਼ ਦੋ ਟੁਕ ਨਿਰਣੇ ਦੇ ਤੌਰ 'ਤੇ ਨਹੀਂ ਕਹੀ ਜਾ ਸਕਦੀ, ਇਹ ਔਨਗੋਇੰਗ ਪ੍ਰੋਸੈਸ ਹੈ। ਹੁਣ ਪੰਜਾਬ ਤਾਂ ਖਾਲੀ ਹੋ ਰਿਹਾ, ਇਹਦੇ ਬਾਰੇ ਤਾਂ ਬਿਲਕੁਲ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ, ਔਰ ਇਹਦੇ ਬਾਰੇ ਚਿੰਤਾ ਬਹੁਤ ਘੱਟ ਬੰਦਿਆਂ ਨੂੰ ਹੈਗੀ ਹੈ, ਕਿਉਂਕਿ ਜਿਨ੍ਹਾਂ ਨੂੰ ਚਿੰਤਾ ਉਹ ਵੀ ਕਹਿੰਦੇ ਸਾਡੇ ਬੱਚੇ ਬਾਹਰ ਜਾਣ, ਸਾਰੇ ਹੀ ਕਹਿੰਦੇ ਆ, ਠੀਕ ਹੈ ਨਾ। ਤਾਂ ਜਦੋਂ ਕਥਨ ਤੇ ਕਰਨੀ 'ਚ ਫਰਕ ਪੈਂਦਾ, ਇਹਦਾ ਮਤਲਬ ਇਹ ਹੈ ਉਹ ਨਾ ਯੇਟਸ ਜਿਹੜਾ ਉਸਨੇ ਕਵਿਤਾ ਲਿਖੀ ਹੈ ਬਹੁਤ, ਦ ਸੈਕਿੰਡ ਕਮਿੰਗ 1910-12 'ਚ, ਉਹ ਕਹਿੰਦਾ ਥਿੰਗਸ ਫਾਲ ਅਪਾਰਟ, ਦ ਸੈਂਟਰ ਕੈਨ ਨਾਟ ਹੋਲਡ। ਮੇਰੇ ਇੱਦਾਂ ਦੀ ਵੀ ਸਥਿਤੀ ਆਉਂਦੀ ਹੈ। ਇਹ ਜਦੋਂ ਆਉਂਦੀ ਹੈ ਜਦੋਂ ਤੁਹਾਡੇ ਕੋਲ ਕੋਈ ਐਥੀਕਲ ਡਿਸਿਪਲਿਨ ਨਹੀਂ ਹੈ। ਤੁਸੀਂ ਕੁਛ ਆਫਟਰ ਆਲ ਜ਼ਿੰਦਗੀ ਦੀ ਫਿਲੋਸਫੀ ਵੀ ਹੁੰਦੀ ਹੈ ਕਿ ਤੁਸੀਂ ਜ਼ਿੰਦਗੀ ਕਿਵੇਂ ਜਿਉਣੀ ਹੈ, ਜਿਹੜੀ ਮਿਹਨਤ ਹੈ ਕਿਹੜੀ ਅਰਥ ਲੱਗਣੀ ਹੈ, ਤੁਸੀਂ ਕਿੰਨਾ ਕੁਛ ਪ੍ਰਾਪਤ ਕਰਨਾ ਤੇ ਕਿੰਨਾ ਨਹੀਂ, ਕਿਤੇ ਆ ਕੇ ਵਿਸ਼ਰਾਮ ਚਿੰਨ੍ਹ ਲਗਾ ਦੇਣੇ। ਹੁਣ ਉਹ ਇਸ ਕਰਕੇ ਹੈਗੀ ਹੈ ਕਿ ਚੇਤਨਾ ਦੀ ਘਾਟ ਹੈ। ਹੁਣ ਚੇਤਨਾ ਦੀ ਘਾਟ ਹਵਾ 'ਚੋਂ ਤਾਂ ਆਉਂਦੀ ਨਹੀਂ, ਚੇਤਨਾ ਪੈਦਾ ਕਿੱਥੋਂ ਹੁੰਦੀ ਹੈ? ਚੇਤਨਾ ਪੈਦਾ ਹੁੰਦੀ ਹੈ ਕਿ ਤੁਸੀਂ ਵਿਦਿਆ ਦੇ ਨਾਲ ਦਾ ਮਤਲਬ ਇਹ ਹੈ ਇੰਟਰੈਕਸ਼ਨ ਵਿਦ ਦਾ ਰੈਸਟ ਆਫ ਦਾ ਵਰਲਡ, ਇੰਟਰੈਕਸ਼ਨ ਵਿਦ ਵਾਟ ਯੂ ਡੋਂਟ ਨੋ, ਉਹਨੂੰ ਜਾਣਨਾ। ਉਹ ਇੱਕ ਕਹਿੰਦੇ ਨੇ ਫਿਰ ਜੋਤ ਤੋਂ ਜੋਤ ਜਗਦੀ ਹੈ, ਬੰਦਾ ਹੋਰ ਜਾਣਨਾ ਚਾਹੁੰਦਾ ਹੈ। ਇੱਕ ਕਿਤਾਬ ਪੜ੍ਹੀ, ਫਿਰ ਦੂਜੀ ਕਿਤਾਬ ਪੜ੍ਹੀ, ਤੀਜੀ ਪੜ੍ਹੀ। ਕਾਰਲ ਮਾਰਕਸ ਜਦੋਂ ਸਮਝਣਾ ਚਾਹੁੰਦਾ ਸੀ ਵੀ ਭਾਈ ਇਹ ਜੋ ਸਿਸਟਮ ਹੈ ਇਹ ਕਿਉਂ ਇੱਦਾਂ ਪੈਦਾ ਹੋਇਆ, ਉਹ ਇੱਕ ਕਿਤਾਬ ਪੜ੍ਹਦਾ ਸੀ ਅਤੇ ਉਹ ਕਿਤੇ ਉਹਨੇ ਫਿਰ ਥਿਓਰੈਟੀਕਲ ਤੌਰ 'ਤੇ ਕਿਤੇ ਘੁੰਡੀ ਹੋ ਜਾਣੀ, ਉਹਨੂੰ ਫਿਰ ਕੋਈ ਰੈਫਰੈਂਸ ਹੈ ਨਾ, ਉਹਨੇ ਉੱਥੇ ਉਹਨੂੰ ਕਿਤਾਬ ਨੂੰ ਮੁੱਦਾ ਰੱਖ ਕੇ ਦੂਜੀ ਕਿਤਾਬ ਫੜ ਲੈਣੀ। ਦੂਜੀ ਪੜ੍ਹਦਿਆਂ ਫਿਰ ਉਹਨੂੰ ਲੱਗਣਾ ਵੀ ਇਹ ਗੱਲ ਤਾਂ ਗਾਂਹ ਸਮਝਣ ਵਾਲੀ। ਤੀਜੀ, ਇੱਕ ਤੋਂ ਬਾਅਦ ਦੂਜੀ। ਤੁਸੀਂ ਪਹਿਲਾਂ ਪ੍ਰਾਇਮਰੀ ਕਰਦੇ ਹੋ, ਫਿਰ ਮਿਡਲ ਕਰਦੇ ਹੋ, ਯੂਨੀਵਰਸਿਟੀ 'ਚ ਆਉਂਦੇ ਹੋ, ਯੂਨੀਵਰਸਿਟੀ 'ਚ ਆ ਕੇ ਕਹਿੰਦੇ ਨੇ ਗੱਲ ਨਹੀਂ ਬਣੀ। ਹੁਣ ਮੈਂ ਪੰਜਾਬੀ ਦੀ MA ਕੀਤੀ ਖਾਲਸਾ ਕਾਲਜ ਅੰਮ੍ਰਿਤਸਰ, ਮੈਂ ਕਿਹਾ ਗੱਲ ਤਾਂ ਬਣੀ ਨਹੀਂ। ਯੂਨੀਵਰਸਿਟੀ ਤੋਂ ਪੋਜੀਸ਼ਨ ਮੈਂ ਕਿਹਾ ਆ ਗਈ, ਲੈਕਚਰਰ ਬਣ ਜਾਏਗਾ, ਨਹੀਂ ਗੱਲ ਨਹੀਂ ਬਣੀ। ਮੈਂ ਅੰਗਰੇਜ਼ੀ ਡਿਪਾਰਟਮੈਂਟ ਚੰਡੀਗੜ੍ਹ ਆ ਗਿਆ, ਅੰਗਰੇਜ਼ੀ ਦੀ MA ਕੀਤੀ। ਦੇਖੋ ਇਹ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਕਿਹਾ ਕਿ ਮੇਰੇ 'ਚ ਅਜੀਬ ਤਰ੍ਹਾਂ ਦੀ ਲਾਈਫ ਫੋਰਸ ਮੈਂ ਮਹਿਸੂਸ ਕਰਦਾ। ਮੈਂ ਉੱਥੇ ਵੀ ਚੈਨ ਨਹੀਂ ਲਿਆ। ਮੈਂ ਨੌਕਰੀ ਕੀਤੀ ਦਿੱਲੀ, ਜਿੱਥੇ ਕਿ ਲੋੜ ਹੀ ਨਹੀਂ ਸੀ। ਉੱਥੇ ਸਾਰੇ ਜਿਹੜੇ MA ਕਰਕੇ ਜਾਂਦੇ ਸੀ ਸੈਕਿੰਡ ਕਲਾਸ ਜਾਂ ਫਸਟ ਕਲਾਸ, ਉੱਥੇ ਉਹਨਾਂ ਨੂੰ ਲੋੜ ਹੀ ਨਹੀਂ ਪੜ੍ਹਨ ਦੀ। ਫਿਰ ਮੈਂ MPhil ਕੀਤੀ ਇੰਗਲਿਸ਼ ਡਿਪਾਰਟਮੈਂਟ 'ਚ। ਮੈਂ ਕਿਹਾ ਫਿਰ ਮੈਨੂੰ ਪਤਾ ਲੱਗਾ ਕਿ ਬਈ ਇੱਕ ਸਿਮਿਓਟਿਕਸ ਸਬਜੈਕਟ ਹੁੰਦਾ ਪਟਿਆਲੇ ਹੈਗਾ, ਅਤੇ ਉਹਦੀ ਗੱਲਾਂ ਕਰਦੇ ਉਹਦੇ 'ਚ ਕੁਛ ਇੱਕ ਨਵੀਆਂ ਚੀਜ਼ਾਂ ਨੇ। ਮੈਂ ਇੱਥੇ ਪਟਿਆਲੇ ਆ ਗਿਆ। ਮੈਂ ਕਿਹਾ ਜੀ ਮੈਨੂੰ ਤਾਂ ਸਿਮਿਓਟਿਕਸ ਦੱਸੋ ਕੋਈ ਕਿਸ ਰਾਹ। ਉਹ ਕਹਿੰਦੇ ਨੇ ਤੈਨੂੰ ਅਸੀਂ ਫੈਲੋਸ਼ਿਪ ਦੇ ਦਿੰਦੇ ਹਾਂ, 3 ਸਾਲ ਦੀ ਫੈਲੋਸ਼ਿਪ ਦੇ ਦਿੱਤੀ, ਅਤੇ ਤੂੰ ਕਹਿੰਦੇ ਸਿੱਧੀ PhD ਕਰ ਲਾ। ਮੈਂ ਕਿਹਾ ਨਹੀਂ, ਮੈਂ ਤਾਂ ਕਲਾਸ 'ਚ ਬੈਠੂ। ਵੀ ਤੁਹਾਡੀ ਜਿਹੜੀ ਸਿਮਿਓਟਿਕਸ ਹੈ, ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਵੀ ਇਹਦੇ ਰਾਹੀਂ ਹੀ ਤੁਸੀਂ ਚੀਜ਼ਾਂ ਨੂੰ ਸਮਝ ਸਕਦੇ ਹੋ, ਲਿਟਰੇਚਰ ਨੂੰ ਨਹੀਂ, ਚੀਜ਼ਾਂ ਨੂੰ, ਉਹਦੀਆਂ ਘੁੰਡੀਆਂ ਨੂੰ ਸਮਝ ਸਕਦੇ ਹੋ। ਮੈਂ ਕਿਹਾ ਮੈਂ ਤਾਂ ਕਲਾਸ 'ਚ ਬੈਠੂ। ਸੈਕਿੰਡ MPhil ਕੀਤੀ। ਹਿੰਦੁਸਤਾਨ 'ਚ ਕੋਈ ਬੰਦਾ ਮੈਨੂੰ ਦਿਖਾ ਦਿਓ ਜਿਹਨੇ 2 MPhil'ਾਂ ਕੀਤੀਆਂ, ਨਹੀਂ ਨਾ ਕੀਤੀਆਂ। ਉਹ ਕਿੱਥੋਂ ਪੈਦਾ ਹੋਈ ਮੇਰੇ 'ਚ ਤਾਂਘ ਜਾਣਨ ਦੀ। ਬਈ ਹੋਰ ਤੇ ਹੋਰ ਤੁਸੀਂ ਜਦੋਂ ਇਹ ਜਿਹੜੇ ਪੱਛਮ ਦੇ ਵਿੱਚ ਸੇਲਰ ਸੀ ਜਿਨ੍ਹਾਂ ਨੇ ਧਰਤੀਆਂ ਨਵੀਆਂ ਲੱਭੀਆਂ,
ਉਹ ਤੁਰ ਪੈਂਦੇ ਸੀ, ਕਹਿੰਦੇ ਚਲੋ ਹੋਰ ਦੇਖਨੇ ਅੱਗੇ ਕੀ ਆ ਹੈ, ਅੱਗੇ ਦੇ ਅੱਗੇ ਜਾਈ ਜਾਂਦੇ ਸੀ। ਧਰਤੀ ਹੋਰ ਪਰੇ ਹੋਰ ਵਾਲੀ ਗੱਲ ਹੋ ਜਾਂਦੀ। ਫਿਰ ਤੁਸੀਂ ਜੀਉ ਨਹੀਂ ਸਕਦੇ। ਤੁਹਾਡੇ ਅੰਦਰ ਇੰਨੀ ਜਗਿਆਸਾ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕੀਤੇ ਬਗੈਰ ਜੀਉਣਾ ਮੁਸ਼ਕਲ ਹੈ। ਅੱਜ ਮੈਂ ਆਪਣੀ ਗੱਲ ਕਰਾਂ ਤੇ ਅੱਜ ਵੀ ਮੈਂ ਉਹ ਚੀਜ਼ਾਂ ਦੇਖਦਾ ਜਿੱਥੇ ਮੈਨੂੰ ਲੱਗਦਾ ਕਿ ਮੈਨੂੰ ਪਤਾ ਨਹੀਂ। ਕਈ ਤਾਂ ਹੁੰਦੇ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਨਹੀਂ ਪੜ੍ਹਦੇ। ਹਾਂਜੀ, ਤਾਂ ਮਸਲਾ ਤਾਂ ਫਿਰ ਇਹੋ ਹੀ ਹੈ ਕਿ ਇੱਦਾਂ ਦਾ ਗਿਆਨ ਫਿਰ ਉਹਦੇ ਰਾਹੀਂ ਤੁਹਾਨੂੰ ਚੇਤਨਾ ਪੈਦਾ ਹੁੰਦੀ। ਚੇਤਨਾ ਖਾਲੀ ਇੱਕ ਕਿਤਾਬ ਨਾਲ ਨਹੀਂ ਹੁੰਦੀ, ਇਹ ਤਾਂ ਇੱਕ ਮਲਟੀਪਲ ਲੈਵਲ 'ਤੇ ਇੰਟਰੈਕਸ਼ਨ, ਜ਼ਿੰਦਗੀ ਦਾ ਅਨੁਭਵ, ਸੀਜ਼ਲੈਸ, ਅਮੁੱਕ। ਬਾਬੇ ਨਾਨਕ ਨੇ ਇੱਕ ਉਦਾਸੀ ਕਰਕੇ ਸੰਤੁਸ਼ਟ ਕਿਉਂ ਨਹੀਂ ਹੋਏ? ਦੂਜੀ ਕੀਤੀ, ਤੀਜੀ ਕੀਤੀ, ਚੌਥੀ ਕੀਤੀ। ਉਦਾਸੀ ਦਾ ਕਨਸੈਪਟ ਕੀ ਹੈ? ਮੈਂ ਉਹਨੂੰ ਪੰਜਾਬੀ 'ਚ ਆਪਣਾ ਲਟੋਰੀ ਕਹਿੰਦਾ ਸੀ। ਤੁਸੀਂ ਤੁਰਦੇ ਜਾਓ, ਜਾਂਦੇ ਜਾਓ, ਤੁਹਾਡੇ ਅਨੁਭਵ 'ਚ ਵਾਧਾ ਹੋਣਾ ਹੀ ਹੋਣਾ। ਖਾਲੀ ਕਿਤਾਬਾਂ ਨਾਲ ਵੀ ਨਹੀਂ ਹੁੰਦਾ। ਇਹ ਸਾਰਾ ਕੁਝ ਜਿਹੜਾ ਕੰਪੋਜ਼ਿਟ ਫਾਰਮੇਸ਼ਨ ਆਫ ਯੂਅਰ ਮਾਈਂਡ ਹੈ। ਤੁਹਾਡਾ ਮਾਈਂਡ ਜਿਹੜਾ ਨਾ ਇਹ ਜੇ ਗਰੋ ਕਰਨ ਲੱਗੇ ਤੇ ਇੱਕ ਵਾਰੀ ਐਸੀ ਸਥਿਤੀ ਆਉਂਦੀ ਹੈ ਕਿ ਉਹ ਗਰੋ ਕਰਨ ਤੋਂ ਨਾ ਕਰਨ, ਜੇ ਨਹੀਂ ਕਰਦਾ ਨਾ ਤਾਂ ਉਹਨੂੰ ਸਾਹ ਨਹੀਂ ਆਉਂਦਾ ਤੁਹਾਨੂੰ।